असलामुअलैकुम की हाल है सारिਆਂ ਦਾ ठीक ठाक हो से ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਈਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਪਾਕਿਸਤਾਨ ਜੀਟੀ ਰੋਡ ਤੇ ਜ਼ਾਹਿਰੀ ਗੱਲ ਹੈ ਤੁਸੀਂ ਸਫ਼ਰ ਲਾਜ਼ਮੀ ਕੀਤੀ ਆਣਾ ਤੇ ਉੱਥੇ ਦੀਆਂ ਬੱਸਾਂ ਦਾ ਵੀ ਤੁਹਾਨੂੰ ਪਤਾ ਹੋਣਾ ਹੈ। ਉਹਨਾਂ ਦੇ ਨਾਂ ਹੁੰਦੇ ਨੇ ਕੋਸਤਾਨ, ਨਿਊ ਖਾਨ, ਖੀਵੜਾ, ਰਾਜਪੂਤ ਤਿਆਰਾ, ਮੁਗਲ ਤਿਆਰਾ, ਰਾਈ ਤਿਆਰਾ, ਮੁxtਲਿਫ ਨਾਂ ਨੇ ਉਹਨਾਂ ਦੇ। ਲੇਕਿਨ ਉਹ ਬੱਸਾਂ ਜਿਹੜੀਆਂ ਨੇ ਪੂਰੇ ਟਾਈਮ ਦੇ ਟਾਈਮ ਨਿਕਲਦੀਆਂ ਨੇ। ਜੇ ਆਉਂਦੀਆਂ 9 ਵਜੇ ਆਉਣਾ ਤੇ 9 ਵਜੇ ਹੀ ਆਉਂਦੀਆਂ ਨੇ ਤੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਇੱਕ ਸਟੂਲ ਲੱਗੇ ਹੁੰਦਾ ਗੇਅਰ ਬਾਕਸ ਦੇ ਉੱਤੇ। ਉਹਦੇ ਉੱਤੇ ਉਸਤਾਦਰਾਂ ਨੇ ਕੱਪੜਾ ਰੱਖਿਆ ਹੁੰਦਾ। ਉਹ ਕਿਸੇ ਹੋਰ ਨੂੰ ਬਹਿਣ ਨਹੀਂ ਦਿੰਦੇ। ਬਹਿਣ ਇਸ ਵਾਰ ਨਹੀਂ ਦਿੰਦੇ ਕੋਈ ਬੀਬੀ ਸ਼ੀਬੀ ਆਵੇ ਤੇ ਉਹਨੂੰ ਬਿਠਾਉਂਦੇ ਨੇ, ਉਂਝ ਕਿਸੇ ਨੂੰ ਉਹ ਨਹੀਂ ਬਿਠਾਉਂਦੇ। ਤੇ ਆਪਣੀ ਪਿਛਲੀ ਸੀਟ ਜਿਹੜੀ ਹੈ ਉਹ ਵੀ ਔਰਤਾਂ ਵਾਸਤੇ ਰੱਖੀ ਹੁੰਦੀ ਹੈ, ਉਹਦੇ ਤੇ ਵੀ ਉਸਤਾਦਰੀ ਨਹੀਂ ਬਿਠਾਉਂਦੇ। ਉਸਤਾਦ ਹੋਰੀ ਕਹਿੰਦੇ ਨੇ ਮੈਂ ਨਿਊ ਖਾਨ ਚਲਾਉਂਦਾ ਸਾਂ ਤੇ ਸੁਬਾਹ 5 ਵਜੇ ਦਾ ਟਾਈਮ ਲੈ ਕੇ ਨਿਕਲਦਾ ਸਾਂ। ਮੈਂ ਕਹਿੰਦਾ ਮੈਂ ਸੁਬਾਹ ਉੱਠਣਾ, ਸੋਹਣੇ ਕੱਪੜੇ ਇਸਤਰੀ ਹੋਏ ਪਾਣੇ, ਮੁੱਛਾਂ ਚੰਨ ਤੇਲ ਲਾ ਕੇ ਨਹਾ ਧੋ ਕੇ ਜਿਸ ਵੇਲੇ ਗੱਡੀ 'ਚ ਆਉਂਦਾ ਨਾ, ਅੱਗੇ ਗੱਡੀ ਜਿਹੜੀ ਹੈ ਸਵਾਰੀਆਂ ਨਾਲ ਫੁੱਲ ਹੁੰਦੀ ਸੀ। ਕਨੈਕਟਰ ਨੇ ਗੱਡੀ ਜਿਹੜੀ ਹੈ ਸਟਾਰਟ ਕਰਕੇ ਖਲਾਈ ਹੁੰਦੀ ਸੀ। ਕਹਿੰਦਾ ਮੈਂ ਗੱਡੀ ਬਸ ਚਲਾਣੀ ਹੁੰਦੀ ਤੇ ਲੈ ਕੇ ਨਿਕਲ ਜਾਂਦਾ। ਕਹਿੰਦਾ ਉਦੋਂ ਮੈਂ ਨਿਕਲਣ ਲੱਗਾ ਤੇ ਮੇਰੇ ਨਾਲ ਜਿਹੜਾ ਨਾ ਕੋਸਤਾਨ ਜਿਹੜਾ ਉਹ ਵੀ ਟਾਈਮ ਨਾਲ ਹੀ ਨਿਕਲਦਾ ਮੇਰੇ। ਕਹਿੰਦਾ ਉਹਨੇ ਵੀ ਟਾਈਮ ਕੱਢਿਆ, ਮੈਂ ਵੀ ਗੱਡੀ ਕੱਢੀ। ਕਹਿੰਦਾ ਟੁਰ ਪਏ। ਕਹਿੰਦਾ ਥੋੜ੍ਹੀ ਬਹੁਤ ਰਾਹ 'ਚ ਰੇਸ ਲਾਉਂਦੇ ਆਉਂਦੇ ਆ। ਕਹਿੰਦਾ ਲੇਕਿਨ ਜਿਸ ਵੇਲੇ ਜੇਲ੍ਹ ਪਹੁੰਚਦੇ ਨਾ ਉੱਥੇ ਆ ਕੇ ਮੇਰੀ ਗੱਡੀ ਥੋੜ੍ਹੀ ਪਿੱਛਾ ਰਹਿ ਜਾਂਦੀ ਹੈ। ਪਿੱਛਾ ਇਸ ਵਜ੍ਹਾ ਤੋਂ ਰਹਿ ਜਾਂਦੀ ਹੈ ਕਿ ਉੱਥੇ ਹੁੰਦੇ ਨੇ ਸਟੂਡੈਂਟ। ਕਹਿੰਦਾ ਜੀਟੀ ਰੋਡ ਦੇ ਉੱਤੇ ਖਲੋ ਰਹਿੰਦੇ ਨੇ ਤੇ ਮੈਂ ਪਿੱਛੋਂ ਹੀ ਗੱਡੀ ਦੀ ਬ੍ਰੇਕ ਲਾ ਲੈਣਾ, ਮੈਂ ਨਾ ਕੋਈ ਬੱਚਾ ਨੁਕਸਾਨ ਨਾ ਹੋ ਜੇ। ਕਹਿੰਦਾ ਦੂਸਰਾ ਜਿਹੜਾ ਉਹ ਗੱਡੀ ਖਲਾਉਂਦਾ ਨਹੀਂ ਆਇਆ, ਗੱਡੀ ਜਿਹੜਾ ਨਾ ਹਰਨ ਸ਼ਰਨ ਦੇ ਕੇ ਗੱਡੀ ਲੈ ਕੇ ਨਿਕਲ ਜਾਂਦਾ ਸੀ। ਕਹਿੰਦਾ ਮੈਂ ਸਟੂਡੈਂਟਾਂ ਨੂੰ ਇਹ ਆਖਦਾ ਸੀ ਕਿ ਯਾਰ ਤੁਹਾਡੀ ਮਿਹਰਬਾਨੀ ਹੈ, ਤੁਸੀਂ ਸੜਕ ਦੇ ਵਿਚਕਾਰ ਨਾ ਖਲੋਵਿਆ ਕਰੋ, ਤੁਸੀਂ ਹੱਥ ਦਿਆ ਕਰੋ, ਮੈਂ ਗੱਡੀ ਖਲਾ ਲੈਣਾ ਤੇ ਤੁਸੀਂ ਕਿਸੇ ਦਿਨ ਥੱਲੇ ਆ ਗਏ ਤੇ ਬੜਾ ਵੱਡਾ ਹਾਦਸਾ ਹੋ ਜਾਣਾ। ਤੇ ਕਹਿੰਦਾ ਪਰ ਉਹ ਨਹੀਂ ਬਾਜ਼ ਆਉਂਦੇ। ਕਹਿੰਦਾ ਜਿੱਥੇ ਛੱਤ 'ਤੇ ਚੜ੍ਹਦੇ ਸੀ ਤੇ ਮੈਂ ਉਹਨਾਂ ਨੂੰ ਮਨਾ ਕਰਦਾ ਕਿ ਛੱਤ ਤੋਂ ਕੋਈ ਚੀਜ਼ ਕੱਢ ਕੇ ਨਾ ਖਾਇਆ ਕਰੋ, ਗਰੀਬ ਬੰਦੇ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਯਾਰ ਤੁਸੀਂ ਨੁਕਸਾਨ ਕਰ ਜਾਂਦੇ ਹੋ। ਕਹਿੰਦਾ ਲੇਕਿਨ ਉਹ ਨਹੀਂ ਬਾਜ਼ ਆਉਂਦੇ। ਕਹਿੰਦੇ ਪਰ ਐਸੇ ਤਰ੍ਹਾਂ ਹੋਇਆ ਕਿ ਮੈਂ ਉੱਥੋਂ ਨਿਕਲਿਆ ਤੇ ਅੱਗੋਂ ਸਰਾਈ ਦਾ ਪੁਲ ਕ੍ਰਾਸ ਕੀਤਾ ਨਹਿਰ ਵਾਲਾ ਤੇ ਅੱਗੇ ਨਾਲ ਹੋਟਲ ਨੇ। ਕਹਿੰਦੇ ਅਸੀਂ ਉੱਥੇ ਗੱਡੀ ਜਾ ਕੇ ਖਲਾਉਂਦੇ ਆ, ਖਲਾ ਕੇ ਉੱਥੋਂ ਅਸੀਂ ਰੋਟੀ ਖਾਂਦੇ ਆ ਕਿਉਂਕਿ ਰੋਟੀ ਸਾਡੀ ਫਰੀ ਹੁੰਦੀ ਹੈ, ਚਾਹ ਪਾਣੀ ਫਰੀ ਹੁੰਦਾ ਹੈ, ਬਾਕੀ ਸਵਾਰੀਆਂ ਜੋ ਵੀ ਖਰਚਾ ਕਰਨਾ ਹੁੰਦਾ ਉਹਨਾਂ ਨੂੰ ਉਹ ਫਾਇਦਾ ਹੋ ਜਾਂਦਾ। ਕਹਿੰਦਾ ਮੈਂ ਬਹਿ ਕੇ ਰੋਟੀ ਖਾਧੀ ਤੇ ਚਾਹ ਪਿਆ ਪੀਂਦਾ ਸਾਂ। ਮੈਂ ਤੱਕਿਆ ਰੋਡ ਦੇ ਜੀਟੀ ਰੋਡ ਦੀ ਪਾਰ ਵਾਲੀ ਸਾਈਡ ਤੋਂ ਇੱਕ ਔਰਤ ਨੇ ਨਕਾਬ ਕੀਤੇ ਆ ਤੇ ਉਹਨਾਂ ਰੋਡ ਕ੍ਰਾਸ ਪਈ ਕਰਿਆ ਅੱਗੇ ਪਿੱਛੇ ਤੱਕ ਕੇ। ਕਹਿੰਦਾ ਮੈਂ ਇੱਕ ਦੋ ਵਾਰੀ ਤੱਕਿਆ, ਤੱਕ ਕੇ ਤੇ ਮੈਂ ਨਜ਼ਰ ਅੱਗੇ ਪਿੱਛੇ ਕਰ ਲਈ। ਥੋੜ੍ਹੀ ਦੇਰ ਬਾਅਦ ਤੱਕਿਆ ਤੇ ਕਨੈਕਟਰ ਨਾਲ ਮੇਰੇ ਨਾਲ ਉਹ ਗੱਲਾਂ ਪੀ ਕਰੇ। ਕਹਿੰਦਾ ਕਨੈਕਟਰ ਮੇਰੇ ਕੋਲ ਆਇਆ, ਆ ਕੇ ਮੈਨੂੰ ਕਹਿੰਦਾ ਉਸਤਾਦ ਜੀ ਇਹ ਕਹਿੰਦੀ ਆ ਮੈਂ ਜਾਣਾ ਲਾਹੌਰ ਤੇ ਮੇਰੇ ਕੋਲ ਕਿਰਾਇਆ ਕੋਈ ਨਹੀਂ। ਕਹਿੰਦਾ ਮੈਂ ਕਿਹਾ ਬਲਾ ਸੂਰਾ। ਕਹਿੰਦਾ ਆ ਬੀਬੀ ਕੀ ਗੱਲ ਹੈ? ਕਹਿੰਦੇ ਨਹੀਂ ਮੇਰੇ ਕੋਲ ਕਿਰਾਇਆ ਕੋਈ ਨਹੀਂ, ਮੈਂ ਬੜੀ ਮਜਬੂਰ ਹਾਂ ਤੇ ਮੈਂ ਤੁਹਾਨੂੰ ਲਾਹੌਰ ਜਾ ਕੇ ਜੇ ਪੈਸੇ ਦੇ ਦਿਆਂ ਤੇ। ਉਹਨਾਂ ਆਖਿਆ ਠੀਕ ਹੈ। ਕਹਿੰਦਾ ਮੈਂ ਵੀ ਥੋੜ੍ਹਾ ਮੌਜ ਮਸਤੀ ਵਾਲਾ ਤੇ ਮੈਂ ਕਿਹਾ ਠੀਕ ਹੈ ਚੱਲ ਬਿਠਾ ਦੇ ਇਹਨੂੰ ਗੇਅਰ ਵਾਲੀ ਸੀਟ 'ਤੇ। ਕਹਿੰਦਾ ਗੇਅਰ ਵਾਲੀ ਸੀਟ 'ਤੇ ਉਹਨੂੰ ਬਿਠਾ ਦਿੱਤੀ ਉਹਨੇ। ਕਹਿੰਦਾ ਮਗਰੂ ਜਿਹੜਾ ਕੋਸਤਾਨਾ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਕੌਣ ਹੀ? ਕਹਿੰਦਾ ਮੈਂ ਕਿਹਾ ਬੀਬੀ ਇਹਦੇ ਕੋਲ ਕਿਰਾਇਆ ਕੋਈ ਨਹੀਂ ਤੇ ਮੈਂ ਕਿਹਾ ਚੱਲ ਇਹਨੂੰ ਬਿਠਾ। ਤੇ ਕਹਿੰਦਾ ਤੇ ਤੂੰ ਮੇਰੇ ਵੱਲ ਟੋਰ ਦੇਣਾ ਸੀ, ਮੇਰੇ ਵਾਲਾ ਗੇਅਰ ਬਾਕਸ ਵਾਲਾ ਸੀਟ ਖਾਲੀ ਹੈ। ਉਹ ਕਹਿੰਦਾ ਨਹੀਂ ਮੈਂ ਉੱਥੇ ਹੀ ਉਹਨੂੰ ਬਿਠਾਇਆ। ਕਹਿੰਦਾ ਹਾਲਾ ਚੰਗਾ ਕਿ ਖੱਚ ਖੁਚ ਮਾਰ ਕੇ ਨਾ। ਕਹਿੰਦਾ ਮੈਂ ਗੱਡੀ 'ਚ ਆ ਗਿਆ, ਮੈਂ ਗੱਡੀ ਲੈ ਕੇ ਟੁਰਿਆ। ਫਿਰ ਉਸੇ ਤਰ੍ਹਾਂ ਗੇਅਰ ਸ਼ੇਅਰ ਲਾਉਣਾ ਤੇ ਕੋਨਾ ਥੋੜ੍ਹਾ ਬਹੁਤ ਗੇਅਰ ਟੱਚ ਹੋਣਾ ਉਹ ਬੀਬੀ ਨਾਲ। ਬੀਬੀ ਕੋ ਨਾ ਬੋਲੇ, ਥੋੜ੍ਹੀ ਦੇਰ ਮੇਰੇ ਵੱਲ ਤੱਕੇ। ਮੈਨੂੰ ਨਕਾਬ 'ਚ ਇਹ ਮਹਿਸੂਸ ਹੁੰਦਾ ਹੈ ਕਿ ਉਹ ਹੱਸਦੀ ਹੈ ਮੇਰੇ ਵੱਲ ਤੱਕ ਕੇ। ਕਹਿੰਦਾ ਇਹ ਮੈਨੂੰ ਮਹਿਸੂਸ ਹੁੰਦਾ ਕਿ ਮੇਰੇ ਵੱਲ ਤੱਕ ਕੇ ਹੱਸਦੀ ਆ ਉਹ। ਕਹਿੰਦਾ ਮੈਂ ਫਿਰ ਥੋੜ੍ਹਾ ਹੋਰ ਜੋਸ਼ 'ਚ ਆਉਣਾ, ਫਿਰ ਗੱਡੀ ਦਾ ਹਰਨ ਸ਼ਰਨ ਦੇਣਾ ਤੇ ਥੋੜ੍ਹੀ ਜਿਹੀ ਐਕਸ਼ਨ ਮਾਰਨ ਲੱਗ ਪੈਣਾ। ਕਹਿੰਦਾ ਮੇਰੇ ਜ਼ਿਹਨ 'ਚ ਆਇਆ ਲਾਲੇ ਮੂਸੇ ਮੈਂ ਪਹੁੰਚਿਆ। ਲਾਲੇ ਮੂਸੇ ਪਹੁੰਚ ਕੇ ਤੇ ਮੈਂ ਉਹਨੂੰ ਆਖਿਆ ਬੋਤਲ ਪੀਣੀ ਜੇ? ਕਹਿੰਦੀ ਹੈ ਪੀ ਲਾਂਗੇ। ਕਹਿੰਦਾ ਮੈਂ ਕਿਹਾ ਬੜੀ ਗੱਲ ਆ ਵੀ ਇਹ ਤਾਂ ਬੜੇ ਫਰੀ ਨੇ। ਕਹਿੰਦਾ ਮੈਂ ਬੋਤਲ ਲੈ ਕੇ ਆਇਆ, ਬੋਤਲ ਦਿੱਤੀ, ਪੀਤੀ ਉਹਨੇ ਤੇ ਮੈਂ ਕਹਿੰਦਾ ਥੋੜ੍ਹੀਆਂ ਬਹੁਤ ਗੱਲਾਂ ਕਰਨ ਲੱਗ ਪਿਆ। ਤੇ ਅੱਗੋਂ ਨਾਲ ਪਰਾਂ ਸੀਟ 'ਤੇ ਬਜ਼ੁਰਗ ਬੈਠੇ ਸੀ। ਕਹਿੰਦਾ ਪੁੱਤਰ ਗੱਡੀ ਦੇਖ ਕੇ ਚਲਾ, ਇੰਨੀਆਂ ਸਵਾਰੀਆਂ ਬੈਠੀਆਂ ਨੇ। ਉਹਨੇ ਕਿਹਾ ਬਾਬਾ ਜੀ ਨਾ ਫਿਕਰ ਕਰੋ, ਤੁਸੀਂ ਟੈਨਸ਼ਨ ਨਾ ਲਓ। ਕਹਿੰਦਾ ਬਾਬਾ ਜੀ ਚੁੱਪ ਕਰ ਗਏ। ਕਹਿੰਦਾ ਜਿਸ ਵੇਲੇ ਲਾਹੌਰ ਪਹੁੰਚੇ ਨਾ, ਲਾਹੌਰ ਲੱਥੀ ਤੇ ਮੈਂ ਕਿਹਾ ਆਓ ਤੁਹਾਨੂੰ ਚਾਹ ਪਿਲਾਵਾਂ, ਕੋਈ ਰੋਟੀ ਖਾ ਲਓ। ਕਹਿੰਦੀ ਨਹੀਂ ਮੈਂ ਚਾਹ ਪੀ ਲਾਂਗੀ। ਕਹਿੰਦਾ ਚਾਹ ਪਿਲਾਈ ਉੱਥੇ ਬਾਹਰ ਖੋਖੇ 'ਤੇ ਬਾਲ ਕੇ। ਮੈਂ ਚਾਹ ਪੀ ਕੇ ਤੇ ਕਹਿੰਦੀ ਲਾਇਓ ਨਾ ਮੇਰੇ ਘਰ ਚੱਕਰ। ਕਹਿੰਦਾ ਮੈਂ ਤਾਂ ਬੜਾ ਖੁਸ਼ ਹੋਇਆ ਵੀ ਲੈ ਬਈ ਇਹ ਤਾਂ ਬੜੀ ਕੋਈ ਵਧੀਆ ਗੇਮ ਹੋ ਗਈ ਹੈ। ਕਹਿੰਦਾ ਮੈਂ ਕਿਹਾ ਠੀਕ ਹੈ, ਮੈਨੂੰ ਪਤਾ ਦਿੱਤੀ ਉਸ। ਕਹਿੰਦਾ ਮੈਂ ਠੀਕ ਹੈ ਮੈਂ ਲਾਂਗਾ ਚੱਕਰ। ਕਹਿੰਦਾ ਰਾਤ ਬੜੀ ਔਖੀ ਕੱਢੀ ਪਿੰਡੀ ਜਾ ਕੇ, ਫਿਰ ਵਾਪਸ ਲਾਹੌਰ ਜਿਹਾ ਟਾਈਮ ਲੈ ਕੇ ਸੁਬਹ ਆਇਆ। ਕਹਿੰਦਾ ਮੈਂ ਜੋ ਹੀ ਗੱਡੀ ਖਲਾਈ ਤਾਂ ਮੈਂ ਇਹਨੂੰ ਆਖਿਆ ਕਨੈਕਟਰ ਨੂੰ ਬਾਕੀ ਤੇਰੇ ਵਾਲੇ ਹੀ ਤੇ ਮੈਂ ਆ ਜਾਣਾ ਠਹਿਰ ਕੇ। ਕਹਿੰਦਾ ਮੈਂ ਗਿਆ ਉਹਦੇ ਘਰ ਸਿੱਧਾ ਜਾ ਕੇ ਦਰਵਾਜ਼ਾ ਖੜਕਾਇਆ ਤੇ ਉਹਦੀ ਅੰਮਾ ਆਈ। ਅੰਮਾ ਆਈ ਤਾਂ ਮੈਂ ਉਹਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਮੁਲਾਕਾਤ ਹੋਈ ਸੀ ਤੇ ਉਹਨਾਂ ਆਖਿਆ ਲਾਇਓ ਚੱਕਰ। ਕਹਿੰਦਾ ਪੁੱਤਰ ਲੰਘ ਗਿਆ ਮੈਨੂੰ ਦੱਸਿਆ ਸੀ। ਕਹਿੰਦਾ ਬਹਿ ਗਿਆ ਅੰਦਰ, ਮੈਂ ਮੰਜੀ ਦੇ ਆਰਾਮ ਸਕੂਨਾ ਭਾਲੀ ਉਹਨੇ, ਪੱਖਾ ਸ਼ੱਖਾ ਲਾਈ ਉਹਨੇ। ਕਹਿੰਦਾ ਮੈਂ ਬੈਠਾ ਤੇ ਥੋੜ੍ਹੀ ਦੇਰ ਬਾਅਦ ਖਾਣੇ ਛਾਣੇ ਬਣਾਉਣ ਲੱਗ ਪਏ ਤੇ ਬਿਰਿਆਨੀ ਤੇ ਗੋਸ਼ਤ ਤੇ ਕਹਿੰਦਾ ਬੜੀ ਮੇਰੀ ਖਾਤਰ ਤਵਾਜ਼ੋ ਕੀਤੀ ਉਹਨੇ ਨਾ। ਮੈਂ ਬੜਾ ਖੁਸ਼ ਹੋਇਆ ਵੀ ਬੜੀ ਚੰਗੀ ਜਗ੍ਹਾ 'ਤੇ ਆ ਗਿਆ ਮੈਂ। ਕਹਿੰਦਾ ਅੰਮਾ ਉਹਦੀ ਆਂਦੀ ਆ ਮੈਂ ਗੁਆਂਢੀਆਂ ਦੇ ਘਰ ਹੋ ਕੇ ਆਈ ਹਾਂ ਤੇ ਪੁੱਤਰ ਤੂੰ ਬਹਿ। ਕਹਿੰਦਾ ਉਹ ਛੱਡ ਕੇ ਟੁਰ ਗਈ। ਅਸੀਂ ਆਪਸ 'ਚ ਗੱਪਾਂ ਲਾਉਣ ਲੱਗ ਪਏ। ਕਹਿੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੈਂ ਪੂਰਾ 1.5 ਮਹੀਨਾ ਜਿਹੜਾ ਨਾ ਚੱਕਰ ਲਾਉਂਦਾ ਰਹਿੰਦਾ ਸਾਂ। ਕਹਿੰਦਾ ਅੱਕ ਕੇ ਮੈਨੂੰ ਆਂਦੀ ਹੈ ਕਿ ਜਿਹੜਾ ਨਾ ਮੇਰੀ ਅੰਮਾ ਹੁਣ ਥੋੜ੍ਹਾ ਬੁਰਾ ਮਨਾਉਣ ਲੱਗ ਪਈ ਹੈ ਤੇ ਅੰਮਾ ਕਹਿੰਦੀ ਆ ਵੀ ਇਹਨੂੰ ਆਹ ਨਾ ਆਵੇ ਕਰੇ।
ਤੇ ਉਹਨੇ ਆਖਿਆ ਕਿਉਂ ਨਾ ਆਵਾਂ ਕਰਾਂ, ਮੈਂ ਤੇਰੇ ਨਾਲ ਮੈਨੂੰ ਪਿਆਰ ਹੈ। ਉਹਨੇ ਆਖਿਆ ਪਿਆਰ ਹੈ ਤੇ ਫਿਰ ਮੇਰੇ ਨਾਲ ਸ਼ਾਦੀ ਕਰ ਲੈ। ਉਹਨੇ ਆਖਿਆ ਮੇਰੀ ਪਹਿਲਾਂ ਸ਼ਾਦੀ ਹੋਈ ਹੈ। ਉਹਨੇ ਆਖਿਆ ਬਸ ਫਿਰ ਸ਼ਾਦੀ ਹੋਈ ਹੈ ਤੇ ਫਿਰ ਅੰਮਾ ਕਹਿੰਦੀ ਆ ਨਾ ਆਵਿਆ ਕਰ। ਉਹ ਜਨਾਬ ਦੂਸਰੇ ਦਿਨ ਫਿਰ ਆਇਆ, ਕਹਿੰਦਾ ਠੀਕ ਹੈ ਮੈਂ ਸ਼ਾਦੀ ਕਰਨ ਵਾਸਤੇ ਤਿਆਰ ਹਾਂ। ਉਹਨੇ ਆਖਿਆ ਪਹਿਲਾਂ ਆਪਣੀ ਜ਼ਨਾਨੀ ਕੋਲ ਤੇ ਪੁੱਛ ਲੈ। ਉਹਨੇ ਆਖਿਆ ਮੈਂ ਜ਼ਨਾਨੀ ਕੋਲ ਪੁੱਛ ਲਿਆ। ਉਹ ਕਹਿੰਦੀ ਹੈ ਠੀਕ ਹੈ ਤੂੰ ਕਰ ਲੈ, ਤੇਰੀ ਮਰਜ਼ੀ ਹੈ। ਤੇ ਕਹਿੰਦਾ ਲੇਕਿਨ ਤੈਨੂੰ ਜਾ ਕੇ ਫਿਰ ਮੇਰੇ ਘਰ ਉੱਥੇ ਰਹਿਣਾ ਪੈਣਾ। ਉਹ ਕਹਿੰਦੀ ਹੈ ਠੀਕ ਹੈ ਮੈਨੂੰ ਕੋਈ ਮਸਲਾ ਨਹੀਂ, ਮੈਂ ਰਹਿ ਲਾਂਗੀ। ਉਹਨੇ ਜਨਾਬ ਉਸਤਾਦ ਨੇ ਸ਼ਾਦੀ ਕੀਤੀ ਧੂਮ ਧਾਮ ਨਾਲ ਉਹਦੀ, ਉਹਨੂੰ ਥੋੜ੍ਹਾ ਬਹੁਤ ਜ਼ੇਵਰ ਵੀ ਪਾਇਆ, ਉਹਨੂੰ ਵਿਆਹ ਕੇ ਤੇ ਲੈ ਗਏ। ਤੇ ਨਾਲ ਹੀ ਉਹਦੀ ਕੁੜੀ ਦੀ ਅੰਮਾ ਵੀ ਜਿਹੜੀ ਉਹ ਵੀ ਨਾਲ ਟੁਰ ਗਈ। ਕਹਿੰਦੀ 2 ਦਿਨ ਬਾਅਦ ਚਲੋ ਮੈਂ ਵਾਪਸ ਆ ਜਾਈ, ਜਿੱਥੇ ਕੁੜੀ ਦਾ ਦਿਲ ਲੱਗ ਗਿਆ। ਕਹਿੰਦੇ ਉੱਥੇ ਨਾਲ ਟੁਰ ਗਈ, ਨਾਲ ਜਾ ਕੇ ਉੱਥੇ ਰਹਿਣ ਲੱਗ ਪਈ। ਕਹਿੰਦਾ ਜਾ ਕੇ ਉੱਥੇ ਸਾਰੇ ਬੰਦਿਆਂ 'ਚ ਘੁਲ ਮਿਲ ਗਏ, ਜਾ ਕੇ ਉਹਨਾਂ ਨੇ ਪੂਰਾ ਹਿਸਾਬ ਕਿਤਾਬ ਲਾਇਆ। ਕਹਿੰਦਾ ਰਾਤੀ ਜਿਸ ਵੇਲੇ ਸੁੱਤੇ ਸਨ ਤੇ ਸਾਨੂੰ ਪਤਾ ਹੀ ਕੋਈ ਨਾ ਲੱਗਾ। ਕਹਿੰਦਾ ਸਾਰੇ ਕਾਰ 'ਚੋਂ ਹਰ ਬੰਦੇ ਦੇ ਕੰਨਾਂ 'ਚੋਂ ਹੱਥਾਂ ਵਿੱਚੋਂ ਜੋ ਬਕਸੇ ਫਰੋਲ ਕੇ ਨੇ ਹਰ ਚੀਜ਼ ਜਿਹੜੀ ਉਹਨਾਂ ਨੂੰ ਕਾਬੂ ਆਈ ਹੈ ਨਾ, ਕਹਿੰਦਾ ਇਹ ਇਹਨਾਂ ਦੋਵਾਂ ਜ਼ਨਾਨੀਆਂ ਦਾ ਕੰਮ ਨਹੀਂ ਸੀ, ਉਹਨਾਂ ਨਾਲ 4-5 ਹੋਰ ਵੀ ਬੰਦੇ ਹੋਣੇ ਨੇ ਜਿਹੜੇ ਇਹਨਾਂ ਨਾਲ ਰੱਲੇ ਨੇ। ਕਹਿੰਦਾ ਇਹ ਨਹੀਂ ਕਿ ਹਾਲੀ ਜ਼ੇਵਰ ਖੜਿਆ ਨੇ, ਕਹਿੰਦਾ ਜਿਹੜੀ ਛੋਟੀ ਮੋਟੀ ਮਹਿੰਗੀ ਚੀਜ਼ ਹੈ, ਜੂਸਰ ਮਸ਼ੀਨ ਹੈ ਜਾਂ ਕੋਈ ਹੋਰ ਚੀਜ਼ ਹੈ, ਕਹਿੰਦਾ ਸਾਰੇ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ। ਕਹਿੰਦੇ ਸਾਨੂੰ ਪਤਾ ਨਹੀਂ ਕੀ ਘੋਲ ਕੇ ਪਿਲਾਇਆ ਸੀ ਨੇ, ਅਸੀਂ ਸਾਰੇ ਸੋ ਗਏ ਸਾਂ। ਕਹਿੰਦਾ ਜਿਸ ਵੇਲੇ ਸੁਬਾਹ ਉੱਠੇ ਆ, ਉੱਠ ਕੇ ਦੇਖਿਆ ਤੇ ਕਾਰ ਸਾਰਾ ਹਾਲੀ ਜੀ, ਦੁਲਹਨ ਕਿੱਧਰ ਗਈ ਹੈ, ਦੁਲਹਨ ਹੈ ਹੀ ਕੋ ਨਾ। ਕਹਿੰਦਾ ਸਾਰੇ ਅੱਗੇ ਪਿੱਛੇ ਇੱਧਰ ਪਟਕ ਉੱਧਰ ਪਟਕ, ਦੁਲਹਨ ਕਿਤੇ ਨਜ਼ਰ ਨਾ ਆਈ। ਉਹਨਾਂ ਆਖਿਆ ਲੈ ਵੀ ਇਹ ਸਾਰਾ ਕੁਝ ਮਾਵਾਂ ਧੀਆਂ ਲੁੱਟ ਕੇ ਲੈ ਗਈਆਂ ਨੇ, ਕੁਝ ਹੋਵੇ ਘਰ ਤਾਂ ਇਹਨਾਂ ਸਾਰਾ ਕੁਝ ਉਹਨਾਂ ਵਲੇਟ ਵਲੂੜ ਕੇ ਲੈ ਕੇ ਗਈਆਂ ਨਿਕਲ। ਕਹਿੰਦਾ ਨਹੀਂ ਮੈਨੂੰ ਪਤਾ ਇਹ ਲਾਹੌਰ ਕਿੱਥੇ ਰਹਿੰਦੇ ਹਨ ਤੇ ਮੈਂ ਲਾਹੌਰ ਜਾਣਾ। ਕਹਿੰਦਾ ਲਾਹੌਰ ਗਿਆ, ਉੱਥੇ ਲਾਹੌਰ ਜਾ ਕੇ ਤੱਕਿਆ ਤਾਲਾ ਲੱਗਿਆ। ਆਂਢੀਆਂ ਗੁਆਂਢੀਆਂ ਨੂੰ ਮੈਂ ਪੁੱਛਿਆ ਕਿ ਇਹ ਕਿੱਧਰ ਗਈ ਹੈ। ਕਹਿੰਦੇ ਨੇ ਇਹ ਤਾਂ ਇੱਥੇ ਕਿਰਾਏਦਾਰ ਸੀ ਤੇ ਕੋਈ ਨਹੀਂ ਪਤਾ ਕਿੱਧਰ ਗਏ ਨੇ, ਸਾਨੂੰ ਤੇ ਇਹਨਾਂ ਦੇ ਨਾਂ ਵੀ ਨਹੀਂ ਪਤਾ। ਕਹਿੰਦਾ ਮੈਂ ਕਿਹਾ ਮਰ ਗਏ ਵਾ। ਕਹਿੰਦਾ ਸਾਰਾ, ਕਹਿੰਦਾ ਬੜਾ ਨੁਕਸਾਨ ਕਰੀ, ਤਕਰੀਬਨ 40-50 ਲੱਖ ਰੁਪਈਆ ਸਾਡੇ ਘਰੋਂ ਕੱਢ ਕੇ ਲੈ ਗਈ ਉਹ। ਕਹਿੰਦਾ ਇੰਝ ਦਾ ਕੋਈ ਘੋਲ ਕੇ ਪਿਲਾਇਆ ਸੀ। ਤੇ ਇਸ ਵਾਸਤੇ ਹਰਕਤਾਂ ਥੋੜ੍ਹੀਆਂ ਘੱਟ ਹੀ ਕਰਨੀਆਂ ਚਾਹੀਦੀਆਂ ਨੇ ਤੇ ਉਤਨੀਆਂ ਕਰਨੀਆਂ ਚਾਹੀਦੀਆਂ ਜਿੰਨੀਆਂ ਬਰਦਾਸ਼ਤ ਕਰ ਸਕੋ। ਜੇ ਉਲਟੇ ਕੰਮ ਕਰੋਗੇ ਜ਼ਾਹਰੀ ਗੱਲ ਆ ਉਹਦਾ ਨੁਕਸਾਨ ਵੀ ਤਾਂ ਤੁਹਾਨੂੰ ਹੋਵੇਗਾ। ਅਗਰ ਮੇਰੀ ਵੀਡੀਓ ਪਸੰਦ ਆਈ ਹੋਵੇ, ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਤਾਂ ਮੇਰਾ ਹੌਸਲਾ ਵੱਧਦਾ ਕਿ ਮੇਰੇ ਭਰਾ ਮੈਨੂੰ ਸਬਸਕ੍ਰਾਈਬ ਕਰਦੇ ਨੇ। ਤੇ ਇਸ ਵਾਸਤੇ ਮੈਂ ਕੋਸ਼ਿਸ਼ ਕਰਨਾ ਅੱਛੀ ਤੋਂ ਅੱਛੀ ਵੀਡੀਓ ਤੁਹਾਡੇ ਕੋਲ ਲੈ ਕੇ ਆਵਾਂ। ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਜ਼ਮੀ ਸਬਸਕ੍ਰਾਈਬ ਕਰਿਓ। ਤੇ ਬਾਕੀ ਆਪਣੀ ਸਿਹਤ ਦਾ ਮੈਂ ਕਹਿੰਦਾ ਫਿਰ ਖਿਆਲ ਰੱਖਿਆ ਕਰੋ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।